ਸਰਦਾਰ ਭਗਤ ਸਿੰਘ ਤੁਹਾਨੂੰ ਉਹਦਾ ਪਤਾ ਹੀ ਆ, ਉਹਨੂੰ ਫਾਂਸੀ ਲਾਈ ਗਈ ਸੀ, ਲੇਕਿਨ ਜਿਸ ਬੰਦੇ ਨੂੰ ਗੋਲੀ ਉਹਨਾਂ ਦੀ ਲੱਗੀ ਸੀ ਉਹਦੀ ਵੀ ਕਬਰ ਇੱਥੇ ਹੀ ਆ। ਤੇ ਰਾਣਾ ਸਾਹਿਬ ਨੇ ਸਾਨੂੰ ਹੁਣ ਵਿਖਾਈ ਆ, ਤੇ ਰਾਣਾ ਸਾਹਿਬ ਨੂੰ ਇਹਨਾਂ ਦੀ ਹਿਸਟਰੀ ਮੁਕੰਮਲ ਪਤਾ। ਇਹ ਕਬਰ ਇਹ ਜੀ ਇਹ ਕਰੈਕਟਰ ਸਨ ਐਸੇ ਹੈ ਨਾ। ਭਗਤ ਸਿੰਘ ਨੇ ਜਿਹੜਾ ਗੋਲੀ ਦਾ ਨਾਮ ਸੀ ਭਾਈ ਬੁੱਧੂ ਜੀ ਔਰ ਇਹਦਾ ਨਾਮ ਸੀ ਭਾਈ ਸਿੱਧੂ ਜੀ। ਅੱਛਾ, ਦੋਵੇਂ ਪਿਓ ਪੁੱਤਰ ਸਨ। ਸਹੀ। ਇਹ ਮੁਗਲਾਂ ਦੇ ਸਮੇਂ 'ਚ ਨਾ ਇਹ ਭੱਠੇ ਦਾ ਕੰਮ ਕਰਦੇ ਸਨ। ਸਹੀ ਸਹੀ। ਬਰਤਨ ਵੀ ਬਣਾਉਂਦੇ ਸਨ, ਇੱਟਾਂ ਵੀ ਬਣਾਉਂਦੇ ਸਨ। ਸਹੀ। ਗੁਰੂ ਅਰਜਨ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਨਾ ਭਾਈ ਸਿੱਧੂ ਭਾਈ ਬੁੱਧੂ ਜੀ ਦਾ ਬਹੁਤ ਜ਼ਿਕਰ ਹੈ। ਜਦੋਂ ਮਿਆਣੀ ਸਾਹਿਬ ਤੋਂ ਬਾਅਦ ਸਭ ਤੋਂ ਵੱਡਾ ਕਬਰਸਤਾਨ ਮੁਸਲਮਾਨਾਂ ਦਾ, ਕ੍ਰਿਸਚਨਾਂ ਦਾ ਸਭ ਤੋਂ ਵੱਡਾ ਕਬਰਸਤਾਨ ਔਰ ਹਿੰਦੂਆਂ ਦਾ ਸ਼ਮਸ਼ਾਨ ਘਾਟ ਭਾਈ ਬੁੱਧੂ ਜੀ ਦੀ ਹੀ ਜਗ੍ਹਾ 'ਚ ਭਾਈ ਬੁੱਧੂ ਜੀ ਇੱਥੇ। ਤੇ ਰੇਲਵੇ ਦੇ ਉਹ ਜਿਹੜੇ ਤੁਸੀਂ ਦੱਸ ਰਹੇ ਜੇ ਹੈੱਡਕੁਆਟਰ ਵੀ ਇੱਥੇ ਹੀ ਹੈ। ਜਿਹੜੀ ਮਹਾਰਾਜ ਸਾਹਿਬ ਦੇ ਸੀਨੇ 'ਚ ਗੋਲੀ ਵੱਜੀ ਨਾ, ਉਹਦਾ ਸਿੱਲ ਜਿਹੜੀ ਸੀ ਨਾ ਉਹ ਮਾਰਬਲ ਦੀ, ਉਹ ਇੱਥੇ ਪੱਥਰ ਲੱਗਾ ਦਾ ਸੀ ਬਹੁਤ ਸਮੇਂ ਪਹਿਲੇ। ਮਤਲਬ ਦਾ ਇਹਦੀ ਸਮਾਧ ਹੈ ਮਹਾਰਾਜਾ ਸ਼ੇਰ ਸਿੰਘ ਸਮਾਧ। ਅੰਗੀਠਾ ਸੀ ਇੱਥੇ, ਇਸ ਜਗ੍ਹਾ ਤੋਂ ਉਹਨਾਂ ਦਾ ਸੰਸਕਾਰ ਹੋਇਆ ਸੀ, ਨਾਲ ਉਹਨਾਂ ਦੇ ਪੁੱਤਰ ਕਮਰ ਪ੍ਰਤਾਪ ਸਿੰਘ ਦਾ। ਕਮਰ ਪ੍ਰਤਾਪ ਸਿੰਘ ਦਾ ਇਸ ਜਗ੍ਹਾ ਤੇ ਹੋਇਆ ਸੀ। ਓਕੇ ਵੀਰ ਭਾਜੀ ਭਾਵਕ ਹੋ ਗਏ ਹੋ। ਕੀ ਗੱਲ अस्सलाम वालेकुम जी, सत श्री अकाल जी। किवें हो? चढ़दे पंजाब ते लैंदे पंजाब वालिओ। नाल हंजरा वीर ने, ਵੀਰ ਸਿੰਘ ਵੀਰ ਨੇ। ਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ ਜੀ ਪੁਰਾਣੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਤੇ ਵਿਖਾਉਂਦੇ ਆ ਕੁਝ ਇਤਿਹਾਸਕ ਥਾਵਾਂ। ਤੇ ਉੱਠੇ ਆ ਸਵੇਰ ਨਹਾ ਧੋ ਲਿਆ, ਤਿਆਰ ਹੋ ਗਿਆ। ਤਿਆਰ ਤੇ ਹੀ ਹੋਇਆ, ਮੈਂ ਤਾਂ ਕਾਹਦਾ ਤਿਆਰ ਹੋਇਆ, ਮੈਂ ਤਾਂ ਉਹੀ ਕੱਪੜੇ ਪਾ ਲਿਆ। ਮੇਰੇ ਕੱਪੜੇ ਦਾ ਚੱਕਰ ਜਿਹਾ ਪੈ ਗਿਆ ਯਾਰ। ਕੀ ਚੱਕਰ ਪੈ ਗਿਆ ਉਸਤਾਦ ਜੀ? ਚੱਕਰੇ ਪੈ ਗਿਆ ਕਿ ਮੈਂ ਆਇਆ ਸੀ ਵੀ ਸ਼ਾਮ ਨੂੰ ਮੈਂ ਮੁੜ ਜਾਣਾ ਵਾਪਸ। ਅੱਛਾ। ਲੇਕਿਨ ਭਰਾ ਉਹਨਾਂ ਨੇ ਲਿਆ ਰੱਖ, ਠੀਕ ਹੈ, ਇਸ ਕਰਕੇ ਕੱਪੜੇ ਮੈਂ ਲਿਆਂਦੇ ਕੋਈ ਨਹੀਂ। ਤੇ ਚਲੋ ਕੋਈ ਨਹੀਂ, ਇਹਦੇ ਗੁਜ਼ਾਰਾ ਕਰਦੇ ਆ। ਨਹੀਂ ਉਦਾਂ ਤਾਂ ਪ੍ਰੈਸ ਹੈਗੀ ਆ, ਪ੍ਰੈਸ ਵੀ ਬਹੁਤ ਮਾਸ਼ਾਅੱਲਾ ਬਹੁਤ ਸੋਹਣੀ ਹੈ। ਸਿਆਣੇ ਕਹਿੰਦੇ ਕੱਟ ਨੂੰ ਜਿੰਨੇ ਵੱਟ ਪਿਆ ਉਹਨਾਂ ਉਨੀ ਫੱਬਦੀ, ਇਹਨੂੰ ਬਹੁਤ ਵੱਟ ਪਿਆ। ਚਲੋ ਚਲੋ ਮਿਲਦੇ ਆ ਜੀ। ਲਓ ਜੀ, ਅਸੀਂ ਹੋਟਲ ਦੇ ਵਿੱਚੋਂ ਨਿਕਲੇ ਆ। ਹੁਣ ਸਾਡੇ ਸਰਦਾਰ ਜੀ ਵੀਰ ਭਾਜੀ ਅੱਗੇ ਬੈਠੇ। ਭਾਈ ਮਾੜਾ ਜਿਹਾ ਮੁੱਖ ਦਿਖਾਇਓ। ਬਿਸਮਿਲ੍ਲਾ ਕਰਾਂ। ਆਹ ਮੁੰਡੇ ਨੂੰ ਤੁਸੀਂ ਜਾਣਦੇ ਹੋ, ਉਹਨੇ ਸ਼ੁਰੂਆਤ ਕੀਤੀ। ਤੇ ਰਾਣਾ ਭਾਜੀ ਤੁਹਾਡਾ ਨਾਮ? ਰਾਣਾ ਸਾਹਿਬ। ਰਾਣਾ ਸ਼ਹਿਵਾਰ। ਆਪਾਂ ਰਾਣਾ ਸਾਹਿਬ ਕੰਫਰਟੇਬਲ ਆ ਯਾਰ। ਰਾਣਾ ਸਾਹਿਬ ਨੇ ਇਸ ਇਲਾਕੇ ਦੇ ਵਿੱਚ ਜਿੱਥੇ ਅਸੀਂ ਵੀ ਇੰਡੀਗੋ ਹੋਟਲ 'ਚ ਠਹਿਰੇ ਹੋਏ ਹਾਂ, ਹੁਸੈਨ ਚੌਕ MM ਆਲਮ ਰੋਡ ਹੈ, ਇਹਦੇ ਦੀ ਕੋਈ ਇਤਿਹਾਸ ਦੱਸ ਰਿਹਾ ਸੀ ਰਾਣਾ ਸਾਹਿਬ? ਕੀ ਗੁਲਬਰਗ ਦਾ ਏਰੀਆ ਚਲੋ ਹੁਣ ਮਸ਼ਹੂਰ ਹੋ ਗਿਆ, ਵੈਸੇ ਸਾਰੇ ਦਾ ਨਾਮ ਸੀ ਗੁਰੂ ਮੰਗੜ ਪਿੰਡ। ਗੁਰੂ ਮੰਗੜ ਪਿੰਡ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਸਿੱਖ ਹੋਏ ਨੇ ਭਾਈ ਗੁਰੂ ਮੰਗੜ ਜੀ, ਭਾਈ ਮੰਗੜ ਜੀ ਨਾ, ਉਹਨਾਂ ਦੇ ਨਾਮ ਦੇ ਨਾਲ ਮਿਕਸ ਹੋ ਗਿਆ ਗੁਰੂ ਮੰਗੜ। ਓਕੇ। ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਬਹੁਤ ਜ਼ਬਰਦਸਤ ਗੁਰਦੁਆਰਾ ਹੁੰਦਾ ਸੀ, ਮਤਲਬ ਹੈ, ਠੀਕ ਹੈ ਨਾ। ਤੇ ਅਸੀਂ ਜਦੋਂ ਹੀ ਅਸੀਂ ਆਨੇ ਆ ਲਾਹੌਰ ਦੇ ਇਰਦ ਗਿਰਦ ਫਿਰਨੇ ਆ ਹਨਾ, ਅਸੀਂ ਦੇਖਾਂਗੇ ਕਿ ਇੱਕ ਸਾਈਡ ਤੋਂ ਜਦੋਂ ਹੀ ਨਹਿਰ ਕ੍ਰਾਸ ਕਰਾਂਗੇ ਅੱਗੇ ਭਾਈ ਬੁੱਧੂ ਜੀ ਦਾ ਅਸਥਾਨ ਸ਼ੁਰੂ ਹੋ ਜਾਏਗਾ, ਇਲਾਕਾ ਸ਼ੁਰੂ ਹੋ ਜਾਏਗਾ। ਭਾਈ ਬੁੱਧੂ ਜੀ ਦਾ ਮੈਂ ਅਸਥਾਨ ਐਸਾ ਹੈ ਅੱਜ ਅਸੀਂ ਮੋਸਟਲੀ ਐਸੀਆਂ ਸਾਈਟ ਤੇ ਜਾਵਾਂਗੇ ਜਿਹੜੀਆਂ ਮੈਂ ਐਕਸਪਲੋਰ ਕੀਤੀਆਂ ਔਰ ਉਹਨਾਂ ਨੂੰ ਸਾਰੀ ਸੰਗਤ ਦੇ ਸਾਹਮਣੇ ਰੱਖਿਆ। ਉੱਥੋਂ ਉਹਨਾਂ ਦਾ ਇਲਾਕਾ ਉੱਥੋਂ ਖਤਮ ਹੋਏਗਾ, ਹਰਬੰਸ ਸਿੰਘ ਦਾ ਇਲਾਕਾ ਸ਼ੁਰੂ ਹੋਏਗਾ। ਹਰਬੰਸਪੁਰਾ ਤੇ ਸਰਦਾਰ ਹਰਬੰਸ ਸਿੰਘ ਸਨ, ਉਹਨਾਂ ਦੀਆਂ ਸੈਂਕੜਾਂ ਮਰਬੇ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਜ਼ਮੀਨ ਸਨ। ਅੱਜ ਉਹਨਾਂ ਦੇ ਜਿਹੜਾ ਸਾਰਾ ਏਰੀਆ ਉਹਦੇ ਚ ਇੱਕ ਸਟੇਸ਼ਨ ਹੈ, ਹਰਬੰਸਪੁਰਾ ਸਟੇਸ਼ਨ, ਰੇਲਵੇ ਸਟੇਸ਼ਨ ਵੀ ਹੁੰਦਾ ਸੀ ਉਹਦੇ ਚ। ਸਹੀ ਸਹੀ, ਠੀਕ ਹੈ ਨਾ। ਮਤਲਬ ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਲਾਹੌਰ ਫਿਰੀਏ ਹਨਾ ਤੇ ਲਾਈਕ ਫੀਲ ਆਏ ਹਨਾ, ਇਹ ਵੀ ਸਾਡੀ ਜਗ੍ਹਾ ਸੀ, ਉਹ ਵੀ ਸਾਡੀ ਜਗ੍ਹਾ ਸੀ, ਉਹ ਵੀ ਸਾਡੀ ਜਗ੍ਹਾ ਸੀ। ਹਾਜਰਾ ਸਾਹਿਬ ਜੀ ਭਾਜੀ, ਮੈਂ ਇੱਕ ਚੀਜ਼ ਵੀਰ ਬਾਰੇ ਕਹਿਣਾ ਚਾਹੁੰਦਾ ਵੀ ਮੈਨੂੰ ਜਦੋਂ ਉਧਰੋਂ ਆਉਣਾ ਵੀ ਸੀ ਤੇ ਜਰਨੈਲ ਭਾਜੀ ਨੇ ਇਹਨਾਂ ਦਾ ਨੰਬਰ ਦੇ ਕੇ ਕਿਹਾ ਸੀ ਵੀ ਲਾਹੌਰ ਦਾ ਜੇ ਅੰਦਰ ਹੁਣ ਘੁੰਮਣਾ ਨਾ ਤਾਂ ਆਹ ਬੰਦਾ ਹੈ। ਬੜੀ ਮਿਹਰਬਾਨੀ ਜੀ। ਮੈਂ ਇਹਨਾਂ ਦਾ ਸੱਚੀ ਬੜਾ ਸ਼ੁਕਰਗੁਜ਼ਾਰ ਹਾਂ। ਉਦਾਂ ਸਾਨੂੰ ਆ ਗੱਲਾਂ ਕਿਹਨੇ ਦੱਸਣੀਆਂ, ਕਿਉਂਕਿ ਇੱਕ ਸਟਰੀਟ 'ਚ ਜਾਂਦੇ ਉਹ ਕਿਹੜਾ ਹਰ ਇੱਕ ਸਟਰੀਟ ਦਾ ਇਤਿਹਾਸ ਲਿਖਿਆ ਥੋੜੀ ਪਿਆ ਹੁੰਦਾ। ਬਿਲਕੁਲ ਬਿਲਕੁਲ ਇੱਥੇ ਮੈਂ ਇੱਕ ਇੱਥੇ ਗੱਲ ਐਡ ਕਰਨਾ ਚਾਹਾਂਗਾ ਕਿ ਲਾਹੌਰ ਇੱਕ ਸਿੱਖ ਵਾਸਤੇ ਕੀ ਹੈ, ਸਭ ਤੋਂ ਮੇਨ ਚੀਜ਼ ਇਹ ਹੋਣਾ ਚਾਹੀਦਾ ਕਿ ਜੋ ਹੀ ਉਹ ਬਾਰਡਰ ਰਾਹੀਂ ਜਾਂ 에ਅਰਪੋਰਟ ਰਾਹੀਂ ਆਏ, ਉਹ ਲਾਹੌਰ ਦੀ ਧਰਤੀ ਤੇ ਕਦਮ ਰੱਖਦਾ ਤੇ ਸਭ ਤੋਂ ਪਹਿਲੇ ਕਿ ਉਹਨੂੰ ਫੀਲ ਕੀ ਆਣੀ ਚਾਹੀਦੀ ਹੈ ਜਾਂ ਆਂਦੀ ਹੈ ਹਨਾ। ਉਹ ਫੀਲ ਤਾਈਓ ਆਊਗੀ ਜਦੋਂ ਆਪਣਾ ਇਤਿਹਾਸ ਦਾ ਪਤਾ ਹੋਊਗਾ ਹਨਾ। ਲਾਹੌਰ ਮੈਂ ਕਹਿੰਦਾ ਸਿੱਖਾਂ ਦਾ ਉਹ ਹੈ, ਹਰ ਸਿੱਖ ਦੇ ਹਿਰਦੇ 'ਚ ਵਸਣਾ ਚਾਹੀਦਾ ਲਾਹੌਰ। ਉਹਦੀ ਵਜ੍ਹਾ ਲਾਹੌਰ ਉਹ ਹੈ ਕਿ ਜਿਹੜਾ ਹਰ ਸਿੱਖ ਪੂਰੀ ਦੁਨੀਆ ਤੇ ਜਿਹੜੀ ਅਰਦਾਸ ਕਰਦਾ, ਉਹਨਾਂ 'ਚ ਜਿਨ੍ਹਾਂ ਤਸੀਹਾਂ ਦਾ ਜ਼ਿਕਰ ਕੀਤਾ ਜਾਂਦਾ ਹਾਂਜੀ, ਉਹ ਮੋਸਟਲੀ ਚੀਜ਼ਾਂ ਲਾਹੌਰ 'ਚ ਹੀ ਆ। ਭਾਈ ਮਨੀ ਸਿੰਘ ਦੇ ਜਿਹੜੇ ਬੰਨ ਕੱਟਣ ਦਾ ਜ਼ਿਕਰ ਆਏਗਾ, ਭਾਈ ਮਨੀ ਸਿੰਘ ਦਾ ਬੰਨ ਕੱਟੇ ਗਏ ਹਨਾ।
ਅਗਰ ਗੁਰਦੁਆਰਾ ਸਿੰਘ ਸਿੰਘਣੀਆਂ ਮਤਲਬ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇਤ ਸੀਸ ਦਿੱਤੇ, ਮਤਲਬ ਸੀਸ ਦੇਣ ਦੀ ਵਾਰੀ ਆਏਗੀ, ਆਪਣਾ ਗੁਰਦੁਆਰਾ ਸਿੰਘ ਸਿੰਘਣੀਆਂ ਦਾ ਖਿਆਲ ਆਏਗਾ, ਜਿੱਥੇ ਮਾਵਾਂ ਨੇ ਮਤਲਬ ਇੱਕ ਇਤਿਹਾਸ ਨੇ ਉਹ ਵੀ ਦੇਖਿਆ ਨਾ, ਜਿੱਥੇ ਮਾਵਾਂ ਨੇ ਆਪਣੇ ਗਲਿਆਂ ਦੇ ਵਿੱਚ ਆਪਣੇ ਬੱਚਿਆਂ ਦੇ ਲਾਈਕ ਟੋਟੇ ਪਵਾਏ ਹਨਾ। ਔਰ ਮੈਂ ਇੱਥੇ ਬੜੀ ਮਜ਼ੇਦਾਰ ਇੱਕ ਗੱਲ ਦੱਸਦਾ ਕਿ ਲਾਈਕ ਬਹੁਤ ਘੱਟ ਬੰਦੇ ਜਾਣਦੇ ਨੇ ਕਿ ਇੱਕ ਬੀਬੀ ਸੀ ਨਾ, ਉਹਨੇ 2 ਸਨ ਮੁਗਲ ਸਿਪਾਹੀ, ਉਹਨੂੰ ਆਵਾਜ਼ ਦਿੱਤੀ, ਉਹਨੇ ਆਵਾਜ਼ ਦੇ ਕੇ ਕਿਹਾ ਕਿ ਜੀ ਉਹ ਮੈਂ ਇੱਕ ਬੇਨਤੀ ਕਰਨੀ ਹੈ ਹਨਾ। ਉਹਨੇ ਕਿਹਾ ਯਾਰ ਇਹਨਾਂ ਦੀ ਮੁਗਲਾਂ ਦੇ ਨਾਲ ਲੜਾਈ ਆ, ਸਰਕਾਰ ਨਾਲ ਲੜਾਈ ਆ ਯਾਰ, ਪਾਣੀ ਮੰਗੇਗੀ ਤੇ ਦੇ ਦੇਂ। ਉਸ ਬੀਬੀ ਦੇ ਲਫ਼ਜ਼ ਬੜੇ ਮਤਲਬ ਤਾਰੀਖੀ ਨੇ ਹਨਾ। ਲਾਈਕ ਮੈਂ ਕਹਿੰਦਾ ਕਿ ਪੂਰੀ ਦੁਨੀਆ ਦੇ ਵਿੱਚ ਜਿੰਨੀ ਕਮਿਊਨਿਟੀ ਆ ਉਹ ਬੀਬੀਆਂ ਇਸ ਚੀਜ਼ ਤੋਂ ਬਹੁਤ ਸਿੱਖ ਸਕਦੀਆਂ। ਉਸਨੇ ਆਖਿਆ ਕਿ ਉਹਨਾਂ ਦਾ ਸਿਦਕ ਕਿੰਨਾ ਸੀ। ਉਹਨਾਂ ਨੇ ਆਖਿਆ ਕਿ ਜ਼ਰਾ ਗੱਲ ਸੁਣਿਓ। ਉਹਨਾਂ ਨੇ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਗਲੇ 'ਚ ਹਾਰ ਹੈ ਨਾ, ਇਹ ਮੇਰੇ ਬੱਚੇ ਦਾ ਨਹੀਂ ਆ ਹਨਾ। ਉਹ ਸਾਹਮਣੇ ਜਿਹੜੀ ਬੀਬੀ ਬੈਠੀ ਦੀ ਆ, ਉਹਦੇ ਗਲੇ 'ਚ ਜਿਹੜਾ ਹਾਰ ਹੈ ਨਾ, ਮੇਰੇ ਬੱਚੇ ਦਾ ਹਨਾ, ਉਹ ਮੇਰੇ ਗਲੇ 'ਚ ਪਾ ਦੇ ਹੈ। ਤੇ ਇਹ ਹਾਰ ਜਿਸ ਬੱਚੇ ਦਾ ਉਹਦੀ ਮਾਂ ਦਾ ਲੱਭ ਕੇ ਉਹਨੂੰ ਪਾ ਦੇ ਹਨਾ। ਤੁਸੀਂ 1 ਮਿੰਟ ਆਸੇ ਸੋਚੋ ਕਿ ਸਾਡੇ ਵੀ ਬੱਚੇ ਨੇ, ਕੀ ਸਿਦਕ ਹੋਏਗਾ। ਉਹ ਕੌਣ ਸਨ? ਉਹ ਭਾਈ ਮਣੀ ਸਿੰਘ ਦੀ ਸਿੰਘਣੀ ਸਨ ਹੈ ਜਿਨ੍ਹਾਂ ਨੇ ਇਹ ਕਿਹਾ ਹੈ। ਲਾਈਕ ਤੁਸੀਂ ਦੇਖੋ ਕਿ ਇੱਕ ਲਾਹੌਰ ਉਹ ਹੈ ਕਿ ਜਿੱਥੇ ਆਪਾਂ ਦੇਖਾਂਗੇ ਕਿ ਜਿੱਥੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਹਿਸਟਰੀ ਪੜ੍ਹਦੇ ਹਾਂ ਤੇ ਸਾਨੂੰ ਨਜ਼ਰ ਆਏਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਲਾਹੌਰ ਜਦੋਂ ਆਏ ਨੇ, ਲਾਹੌਰ 'ਚ ਉਹਨਾਂ ਨੂੰ ਕਿੱਦਾਂ ਜੰਗਲੇ 'ਚ ਬੰਦ ਕਰਕੇ ਲਿਆਇਆ ਗਿਆ। ਇੱਕ ਉਹ ਵਕਤ ਸੀ ਜਿੱਥੇ ਮਤਲਬ ਸਿੱਖ ਕੌਮ ਦਾ ਜਲੂਸ ਨਿਕਲਦੇ ਸਨ ਤਸੀਆਂ ਦੇ ਲਾਹੌਰ ਦੇ ਅੰਦਰ, ਜਿੱਥੇ ਬੰਦ ਕੱਟੇ ਗਏ, ਖੋਪੜੀਆਂ ਲਾਈਆਂ ਗਈਆਂ। ਭਾਈ ਤਾਰੂ ਸਿੰਘ ਵਾਲਾ ਜਿਹੜਾ ਵਾਕਿਆ ਹੈ ਨਾ, ਲਾਈਕ ਇਹ ਉਹ ਹੈ ਜਿੱਥੇ ਜਿਹੜਾ ਭਾਈ ਚਰਖੜੀਆਂ ਤੇ ਚੜੇ ਭਾਈ ਸੁਬੇਗ ਸਿੰਘ ਹੋਣੀ ਔਰ ਭਾਈ। ਮੈਂ ਕਹਿੰਦਾ ਕਿ ਲਾਹੌਰ ਦੀ ਤਾਰੀਖ ਇੰਨੀ ਕੁ ਲਾਈਕ ਦਰਦਨਾਕ ਵੀ ਹੈ। ਔਰ ਸਮਾਂ ਜਦੋਂ ਬਦਲਦਾ ਹਨਾ, ਜਦੋਂ ਸਮਾਂ ਬਦਲੇਗਾ ਤੇ ਦੇਖੋ ਕਿ ਜਿਸ ਜਗ੍ਹਾ ਦੇ ਉੱਤੇ ਸਿੱਖਾਂ ਦੇ ਤਸੀਆਂ ਦੇ ਜਲੂਸ ਕੱਢੇ ਗਏ, ਫਿਰ ਇੱਕ ਟਾਈਮ ਆਇਆ ਕਿ ਦਿੱਲੀ ਗੇਟ ਦੇ ਅੰਦਰੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਐਂਟਰੀ ਲਿੱਤੀ ਹਨਾ ਕਰਤਾਰ ਕੌਰ ਜੀ ਦੇ ਨਾਲ ਹੈ, ਫਿਰ ਉਹ ਜ਼ਮਾਨੇ ਨੇ ਦੇਖਿਆ ਕਿ ਜਦੋਂ ਕੌਮਾਂ ਨੂੰ ਰਾਜ ਮਿਲਦਾ, ਸਿੱਖ ਕੌਮ ਨੂੰ ਰਾਜ ਮਿਲਦਾ ਤੇ ਸਿੱਖ ਕੌਮ ਰਾਜ ਕਿੱਦਾਂ ਕਰਦੀ ਆ। ਮਹਾਰਾਜਾ ਸਾਹਿਬ ਨੇ ਕਿਸੇ ਨੇ ਪੁੱਛ ਲਿੱਤਾ ਨਾ ਕਿ ਮਹਾਰਾਜ ਸਾਹਿਬ ਤੁਸੀਂ ਇੱਕ ਅੱਖ ਤੋਂ ਕਾਣੇ ਹੋ ਹਨਾ, ਤੇ ਮਹਾਰਾਜ ਸਾਹਿਬ ਨੇ ਕਿਹਾ ਕਿ ਮੈਂ ਰੱਬ ਦਾ ਸ਼ੁਕਰ ਕਰਨਾ ਕਿ ਰੱਬ ਨੇ ਮੈਨੂੰ ਇੱਕ ਅੱਖ ਤੋਂ ਕਾਣਾ ਬਣਾਇਆ ਹਨਾ। ਉਹ ਇਸ ਲਈ ਬਣਾਇਆ ਕਿ ਮੈਂ ਪੂਰੇ ਸੰਸਾਰ ਨੂੰ ਇੱਕ ਅੱਖ ਨਾਲ ਦੇਖਾਂ। ਵਾਹ ਜੀ ਵਾਹ। ਤੇ ਮੈਂ ਕਹਿੰਦਾ ਕਿ ਫਿਰ ਉਹ ਲਾਈਕ ਹੋਇਆ ਨਾ ਕਿ ਅੱਜ ਵੀ ਅਸੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਮਿਸਾਲ ਦਿੱਤੀ ਜਾਂਦੀ ਹੈ ਖਾਲਸਾ ਰਾਜ ਦੀ, ਉਸ ਰਾਜ ਜਿੱਦਾਂ ਲਾਹੌਰ ਜਿਹਦਾ ਕੈਪੀਟਲ ਸੀ ਉਹਨੂੰ ਯਾਦ ਕੀਤਾ ਜਾਂਦਾ। ਇੱਕ ਉਹ ਸਮਾਂ ਸੀ ਜਿੱਥੇ ਕੋਡੀ ਮੁੱਲ ਪੈਂਦਾ ਸੀ ਸਿੰਘਾਂ ਦਾ ਹਨਾ, ਪੱਤਾ ਤਿਨਕਾ ਸਿੰਘਾਂ ਦਾ ਵੈਰੀ ਸੀ। ਇੱਕ ਉਹ ਵਕਤ ਆਇਆ ਭਾਜੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਡੋਲੇ ਤੇ ਕੋਹਿਨੂਰ ਦਾ ਹੀਰਾ ਬਣਿਆ। ਤੇ ਲਾਹੌਰ ਬੜੀ ਖੂਬਸੂਰਤ ਆ। ਮੈਂ ਅਕਸਰ ਕਹਿੰਦਾ ਕਿ ਲਾਹੌਰ ਇੱਕ ਰੋਮਾਂਸ ਦਾ ਨਾਂ ਹੈ। ਰੋਮਾਂਸ ਇੱਕ ਰੋਮਾਂਸ ਦਾ ਨਾਂ ਹੈ। ਲਾਹੌਰ ਰੋਮਾਂਸ ਦਾ ਨਾਂ ਹੈ ਭਾਜੀ। ਇਹ ਸ਼ਹਿਰ ਆਪਣੇ ਆਪ 'ਚ ਸਮਾ ਲੈਂਦਾ ਹਨਾ। ਲਾਹੌਰ ਇਸ਼ਕ ਕਹਿੰਦੇ ਨਾ, ਲਾਹੌਰ ਇੱਕ ਇਸ਼ਕ ਹੈ। ਲਾਹੌਰ ਇੱਕ ਇਸ਼ਕ ਹੈ। ਲਾਹੌਰ ਇੱਕ ਦਫਾ ਜਿਹੜਾ ਬੰਦਾ ਆ ਜਾਂਦਾ ਨਾ ਭਾਜੀ, ਪੂਰੀ ਦੁਨੀਆ 'ਚ ਕੋਈ ਕਿਸੇ ਭਾਈਚਾਰੇ ਤੋਂ, ਹਿੰਦੂ ਭਾਈਚਾਰੇ ਤੋਂ, ਸਿੱਖ ਭਾਈਚਾਰੇ ਤੋਂ, ਮੁਸਲਿਮ ਭਾਈਚਾਰੇ ਤੋਂ, ਜਿੱਥੋਂ ਮਰਜ਼ੀ ਹੋਏ, ਉਹ ਆਪਸ ਇੱਕ ਦੂਜੇ ਨਾਲ ਸਿਆਸੀ ਤੌਰ ਤੇ ਲੜਦੇ ਹੋਏਗੇ। ਪਰ ਜਦੋਂ ਲਾਹੌਰ ਦਾ ਨਾਂ ਆਏਗਾ ਨਾ ਭਾਜੀ, ਸਾਰਿਆਂ ਦੇ ਚਿਹਰਿਆਂ ਤੇ ਸਮਾਈਲ ਆ ਜਾਏਗੀ। ਲਾਈਕ ਸਾਨੂੰ ਇੰਨਾ ਪੋਜ਼ਿਟਿਵ ਰਹਿਣਾ ਚਾਹੀਦਾ, ਲਾਹੌਰ ਆ ਕੇ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਫੇਰ ਬੰਦਾ ਜਿਹੜਾ ਨਾ ਉਹ ਥੋੜਾ ਆਨੰਦ ਫੀਲ ਕਰਦਾ। ਬਹੁਤ ਸ਼ੁਕਰੀਆ ਭਾਈ, ਬਹੁਤ ਗਿਆਨ ਆ ਵੀਰ ਭਾਜੀ। ਨਹੀਂ ਤੁਹਾਡੇ ਮੁੰਡੇ ਨੂੰ ਬਹੁਤ ਪਤਾ ਯਾਰ ਪੰਜਾਬੀ ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ ਬਹੁਤ ਵਧੀਆ। ਚਲੋ ਜੀ, ਤੋਂ ਨਿਕਲ ਕੇ ਸਿੱਧਾ ਆਇਆ ਨਾਸ਼ਤੇ ਤੇ। ਨਾਸ਼ਤਾ ਕੀਤਾ ਅਜੇ ਨੇ ਤੇ ਨਾਲ ਵੀਰ ਭਾਜੀ ਨੇ ਚਾय खाना ਫ੍ਰੈਂਚ ਟੋਸਟ ਤੇ ਪਰੌਂਠੇ। ਬਸ ਅਸੀਂ ਵਿਖਾਏ ਨਹੀਂ ਆ ਵੀ ਕੀ ਖਾਂਦੇ ਪਏ। ਚਲੋ ਹੁਣ ਰਾਣਾ ਸਾਹਿਬ ਆਪਾਂ ਕਿੱਥੇ ਜਾਣਾ? ਬਾਬਾ ਜੀ ਅਸੀਂ ਅੰਦਰੂਨ ਜਾਣਾ। ਅੰਦਰੂਨ ਲਾਹੌਰ। ਓਕੇ ਚਲੋ ਜੀ, ਚੱਲਦੇ ਹਾਂ। ਆਪਾਂ ਆ ਗਏ ਜੀ ਪ੍ਰਿੰਸੈਸ ਬੰਬਾ ਦੀ ਕਬਰ ਤੇ ਵੀਰ ਭਾਜੀ ਦੇ ਨਾਲ। ਤੇ ਇੱਥੇ ਉਹ ਮੈਂ ਫਸਟ ਟਾਈਮ ਆਇਆ ਇੱਥੇ, ਰਹਿੰਦਿਆਂ ਹੋਇਆ ਪੰਜਾਬੀ ਨਾਲ ਮੇਰਾ ਲਗਾਓ ਵੀ ਹੈ, ਲੇਕਿਨ ਪਹਿਲੇ ਕਦੀ ਨਾ ਮੁਹਾਰ ਹੀ ਨਹੀਂ ਬਣੀ ਇਸ ਸਾਈਡ ਦੀ। ਤੇ ਆਪਾਂ ਚੱਲਦੇ ਹਾਂ ਪ੍ਰਿੰਸੈਸ ਬੰਬਾ ਦੀ ਕਬਰ ਤੇ, ਸਲਾਮ ਪੇਸ਼ ਕਰਦੇ ਹਾਂ ਜਾ ਕੇ। ਆ ਗਏ ਹਾਂ ਪ੍ਰਿੰਸੈਸ ਬੰਬਾ ਦੀ ਕਬਰ ਤੇ। ਉਹਨਾਂ ਕੇ ਬੰਦੇ ਟੁਰ ਜਾਂਦੇ ਨੇ, ਕਿਰਦਾਰ ਸਲਾਮਤ ਰਹਿੰਦੇ ਨੇ।
ਸ਼ਹਿਜ਼ਾਦੀ ਬੰਬਾ ਸਦਰਲੈਂਡ ਦੁਖਤਰ ਕਲਾਂ ਮਹਾਰਾਜਾ ਦਲੀਪ ਸਿੰਘ ਪੋਤੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ। ਫਾਰਸੀ। ਕਿੱਦਾਂ ਰਾਣਾ ਸਾਹਿਬ ਕੀ ਕਹਿੰਦੇ ਹੋ ਕਿ 1957 ਦੇ ਵਿੱਚ ਇਹਨਾਂ ਦੀ ਡੈਥ ਹੋਈ ਆ ਤੇ ਇਹਨਾਂ ਕੋਲ ਆਪਸ਼ਨ ਸੀ ਜਾਣ ਦੀ। ਹਾਂ ਕਿਤੇ ਵੀ ਪੈਦਾ ਤੇ ਲੰਡਨ ਚ ਹੋਈਆਂ 1869 ਚ ਨਾ। ਹਾਂ ਤੇ ਪੂਰੀ ਜਿਹੜੀਆਂ ਸਨ 1957 ਚ ਹੋਈਆਂ ਹਨਾ 10 ਮਾਰਚ ਨੂੰ। ਇਹਨਾਂ ਦੇ ਕੋਲ ਆਪਸ਼ਨ ਸੀ। ਬਹੁਤ ਜ਼ਿਆਦਾ ਲੋਕ ਕਹਿੰਦੇ ਸਨ ਕਿ ਤੁਸੀਂ ਪਾਰਟੀਸ਼ਨ, ਹੁਣ ਸਾਡਾ ਇੱਥੇ ਕੁਝ ਨਹੀਂ ਰਿਹਾ, ਸਾਰੇ ਸਿੱਖ ਮਾਈਗ੍ਰੇਟ ਕਰਕੇ ਉੱਧਰ ਚੱਲੇ ਨੇ ਹਨਾ, ਤੇ ਤੁਸੀਂ ਵੀ ਆ ਜਾਓ ਸਾਡੇ ਨਾਲ ਹੀ। ਪਰ ਉਹ ਕਹਿੰਦੇ ਸਨ ਮੈਂ ਉੱਧਰ ਜਾ ਕੇ ਕੀ ਆਵਾਂਗੀ, ਉੱਧਰ ਸਾਡਾ ਕੁਝ ਨਹੀਂ ਹੈ, ਸਾਡਾ ਤਾਂ ਸਾਰਾ ਕੁਝ ਇੱਧਰ ਹੈ, ਮੇਰੀ ਦਾਦੀ ਦੀ ਰਾਜਧਾਨੀ ਹੈ, ਮੈਂ ਇਹਨੂੰ ਇਕੱਲਿਆਂ ਛੱਡ ਕੇ ਕਿਵੇਂ ਜਾ ਸਕਦੀ ਹਾਂ ਹਨਾ। ਨਹੀਂ ਗਈ ਛੱਡ ਕੇ, ਹਾਂ ਨਹੀਂ ਗਈ। ਔਰ ਅੱਜ ਲਾਹੌਰ 'ਚ ਉਹਦੀ ਕਬਰ ਬਣੀ ਹੈ ਨਾ। ਸਭ ਤੋਂ ਮੇਨ ਚੀਜ਼ ਇਹ ਹੈ ਕਿ ਅਸੀਂ ਜਦੋਂ ਲਾਹੌਰ ਨੂੰ ਮਹਾਰਾਜਾ ਸਾਹਿਬ ਦੀ ਰਾਜਧਾਨੀ ਕਰਕੇ ਹਨਾ ਯਾਦ ਕਰਦੇ ਹਾਂ ਕਿ ਮਹਾਰਾਜਾ ਸਾਹਿਬ ਨੇ ਤੇ ਰੂਲ ਕਰਕੇ ਪੂਰੀ ਦੁਨੀਆ ਨੂੰ ਦਿਖਾਇਆ ਹਨਾ ਕਿ ਜਦੋਂ ਖਾਲਸਾ ਰਾਜ ਕਰਦਾ ਹਨਾ। ਮਹਾਰਾਜਾ ਆਪ ਕਹਿੰਦੇ ਸਨ ਕਿ ਰਾਜ ਰਣਜੀਤ ਸਿੰਘ ਦਾ ਰਾਜ ਨਹੀਂ ਹੈ ਬਲਕਿ ਖਾਲਸੇ ਦਾ ਰਾਜ ਹੈ ਹਨਾ। ਔਰ ਇਸੇ ਲਈ ਉਹਨਾਂ ਨੇ ਖਾਲਸਾ ਸਰਕਾਰ ਦੇ ਨਾਮ ਤੋਂ ਜਿੰਨੀਆਂ ਮੋਹਰਾਂ ਲੱਗਦੀਆਂ ਸਨ ਨਾ ਉਹਦੇ ਤੇ ਕਿਤੇ ਨਾਮ ਨਹੀਂ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉੱਥੇ ਨਾਮ ਲਿਖਿਆ ਜਾਂਦਾ ਸੀ ਸਰਕਾਰੇ ਖਾਲਸਾ। ਖਾਲਸਾ ਦੀ ਸਰਕਾਰ ਹੈ, ਠੀਕ ਹੈ। ਤੇ ਜਦੋਂ ਅਸੀਂ ਯਾਦ ਕਰਨੇ ਆ ਤੇ ਫਿਰ ਉਹਨਾਂ ਨੂੰ ਦੇਖਦੇ ਆ ਕਿ ਮਹਾਰਾਜਾ ਸਾਹਿਬ ਦਾ ਪਰਿਵਾਰ ਜਿਹੜਾ ਮਹਾਰਾਜਾ ਸਾਹਿਬ ਦੇ ਜਿੰਨੇ ਪੁੱਤਰ ਨੇ ਉਹ ਕਿੱਦਾਂ ਮਾਰੇ ਗਏ ਹਨਾ। ਭਾਜੀ ਇੱਥੇ ਆ ਕੇ ਇਹ ਵੀ ਲੱਗਦਾ ਹੈ ਕਿ ਜਿਸ ਸਟੇਟ ਨੂੰ ਬਣਾਉਂਦੇ ਆਇਆ ਮਹਾਰਾਜਾ ਰਣਜੀਤ ਸਿੰਘ ਨੂੰ 40 ਸਾਲ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਨਾ, ਔਰ ਕੈਸਾ ਰਾਜ ਮਤਲਬ ਦੁਨੀਆ ਦੇ ਸਾਹਮਣੇ ਰੱਖਿਆ, ਔਰ 10 ਸਾਲਾਂ ਦੇ ਅਰਸੇ ਦੇ ਅੰਦਰ ਖਤਮ ਹੋ ਗਿਆ। ਫਿਰ ਉਹ ਪੂਰਾ ਪਰਿਵਾਰ ਦੇ ਲੋ ਬਿਖਰ ਗਿਆ। ਮਹਾਰਾਜਾ ਖੜਕ ਸਿੰਘ ਨੂੰ ਦੇਖ ਲਓ ਭਾਜੀ, ਜ਼ਹਿਰ ਦੇ ਕੇ ਜਿਸ ਤਰ੍ਹਾਂ ਉਹ ਮਤਲਬ ਮਾਰਿਆ ਗਿਆ। ਸ਼ੇਰ ਸਿੰਘ ਨੂੰ ਲਹਿਣਾ ਸਿੰਘ ਨੇ ਗਰਦਨ ਉਤਾਰ ਦਿੱਤੀ ਹੈ ਨਾ, ਗੋਲੀ ਮਾਰ ਦਿੱਤੀ ਹੈ ਨਾ। ਲਾਈਕ ਜਿਵੇਂ ਉਹਨੇ ਕਿਹਾ ਭੁੱਲ ਭੁਲੇਖੇ ਨਾਲ ਲੱਗ ਗਈ, ਲੇਕਿਨ ਉਹ ਤਾਂ ਪ੍ਰੀ ਪਲਾਨ ਸਾਲ ਸੀ ਨਾ, ਕਿਉਂਕਿ ਉਹਦਾ ਪੁੱਤਰ ਸੀ ਕਮਰ ਪ੍ਰਤਾਪ ਸਿੰਘ 7 ਸਾਲ ਦਾ ਸੀ, ਉਹਦੇ ਨਾਲ ਖੜਾ ਸੀ ਹੈ ਨਾ। ਤੇ ਅਜੀਤ ਸਿੰਘ ਸਿੰਧਾ ਵਾਲੀਆਂ ਨੇ ਉਹਨਾਂ ਦੀ ਗਰਦਨ ਲਾ ਦਿੱਤੀ। ਇਹਦਾ ਮਤਲਬ ਸੀ ਕਿ ਉਹ ਪਲੈਨਿੰਗ ਸੀ ਪੂਰੀ ਦੀ ਪੂਰੀ ਨਾ। ਪੰਜਾਬੀਆਂ ਦਾ ਯੋਧਾ ਸਰਦਾਰ ਭਗਤ ਸਿੰਘ, ਤੁਹਾਨੂੰ ਉਹਦਾ ਪਤਾ ਹੀ ਆ, ਉਹਨੂੰ ਫਾਂਸੀ ਲਾਈ ਗਈ ਸੀ, ਲੇਕਿਨ ਜਿਸ ਬੰਦੇ ਨੂੰ ਗੋਲੀ ਉਹਨਾਂ ਦੀ ਲੱਗੀ ਸੀ ਉਹਦੀ ਵੀ ਕਬਰ ਇੱਥੇ ਹੀ ਆ। ਤੇ ਰਾਣਾ ਸਾਹਿਬ ਨੇ ਸਾਨੂੰ ਹੁਣ ਵਿਖਾਈ ਆ ਤੇ ਰਾਣਾ ਸਾਹਿਬ ਨੂੰ ਇਹਨਾਂ ਦੀ ਹਿਸਟਰੀ ਮੁਕੰਮਲ ਪਤਾ। ਇਹ ਕਬਰ ਤੇ ਇਹ ਜੀ ਇਹ ਕਰੈਕਟਰ ਸਨ ਐਸੇ ਹੈ ਨਾ। ਭਗਤ ਸਿੰਘ ਨੇ ਜਿਹੜਾ ਉਹ ਗੋਲੀ ਮਾਰੀ ਸੀ 21 ਸਾਲਾਂ ਦੀ ਉਮਰ 'ਚ ਪੂਰੇ ਹੋ ਗਏ ਜੌਨ ਸੈਂਟਰ। ਅੱਛਾ ਹਾਂ। ਤੇ ਕਹਿੰਦੇ ਨੇ ਕਿ ਇਹ ਵਿਚਾਰੇ ਨੂੰ ਅਚਾਨਕ ਗੋਲੀ ਲੱਗ ਗਈ ਹਨਾ। ਤੇ ਲਾਹੌਰ ਦੇ ਅਗਰ ਜਦੋਂ ਭਗਤ ਸਿੰਘ ਦੀ ਅਸੀਂ ਹਿਸਟਰੀ ਪੜਾਂਗੇ ਹਨਾ ਤੇ ਨਾਲ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਿਹਨੂੰ ਚਲੋ ਭੁੱਲ ਭੁਲੇਖੇ ਨਾਲ ਗੋਲੀ ਲੱਗ ਗਈ ਹਾਂ, ਉਹਦੀ ਕਬਰ ਵੀ ਲਾਹੌਰ 'ਚ ਅੱਜ ਤੱਕ ਹੈ ਕਬਰ ਹਾਲ ਤੱਕ ਜੀ। ਬਿਲਕੁਲ ਰਾਣਾ ਸਾਹਿਬ ਬੜੀ ਖੋਜ ਕੀਤੀ ਤੁਸੀਂ, ਮਾਸ਼ਾਅੱਲਾ ਇੰਪ੍ਰੈਸ ਹੋ ਗਿਆ ਮੈਂ। ਯਕੀਨ ਕਰੋ, ਤੁਹਾਡਾ ਯਕੀਨ ਕਰੋ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਭਾਇਆ ਨਾ, ਪਤਾ ਕੀ ਹੈ, ਇਹਨਾਂ ਨੂੰ ਨਾ ਲੋਕ ਬਾਕੀ ਸਾਰਾ ਕੰਮ ਕਰ ਲੈਂਦੇ ਨੇ, ਲੇਕਿਨ ਇਹੋ ਜਿਹੀਆਂ ਖੋਜ ਜਿਹੜੀ ਨਾ ਪ੍ਰੈਕਟੀਕਲੀ ਜਾ ਕੇ ਲੱਭਣੀਆਂ ਚੀਜ਼ਾਂ। ਮੈਂ ਇਸ ਲਈ ਕਹਿੰਦਾ ਕਿ ਸਾਡਾ ਕੰਮ ਸ਼ਾਇਦ ਇਸ ਨਸਲਾਂ 'ਚ ਨਹੀਂ ਹੈ, ਸਾਡਾ ਕੰਮ ਆਉਣ ਵਾਲੀਆਂ ਨਸਲਾਂ ਵਾਸਤੇ। ਪਤਾ ਕੀ ਹੈ, ਕਿਤਾਬਾਂ ਸਰਚ ਕਰਕੇ ਐਵੀਡੈਂਸ ਲੈ ਕੇ ਲੋਕ ਨਵੀਂ ਕਿਤਾਬ ਲਿਖ ਲੈਂਦੇ ਨੇ ਰੈਫਰੈਂਸ ਦੇ ਕੇ, ਲੇਕਿਨ ਆਹ ਜਿਹੜਾ ਤੁਸੀਂ ਜਾ ਕੇ ਫੀਲਡ ਦੇ ਵਿੱਚ ਟੁਰ ਕੇ ਲੱਭ ਕੇ ਫਿਰ ਕੇ ਬੰਦਿਆਂ ਨੂੰ ਪੁੱਛ ਕੇ ਕਬਰ ਲੱਭਣੀ ਕਿਸੇ ਦੀ, ਅਸਥਾਨ ਲੱਭਣਾ ਕਿਸੇ ਦਾ, ਘਰ ਲੱਭਣਾ ਕਿਸੇ ਦਾ, ਜਿਹੜੇ ਹਿਸਟਰੀ 'ਚ ਨਾਮ ਹੀ ਖਤਮ ਹੋ ਚੁੱਕੇ ਨੇ ਇਸ ਟਾਈਮ। ਹਾਂ, ਇਹ ਬਹੁਤ ਵੱਡੀ ਗੱਲ ਹੈ। ਲਵ ਯੂ ਰਾਣਾ ਸਾਹਿਬ। ਚਲੋ ਚੱਲਦੇ ਹਾਂ ਅੱਗੇ ਤੇ ਅੱਗੇ ਵੇਖਦੇ ਰਾਣਾ ਸਾਹਿਬ ਸਾਨੂੰ ਕਿੱਥੇ ਕਿੱਥੇ ਵਿਜ਼ਿਟ ਕਰਾਉਂਦੇ ਨੇ। ਹੁਣ ਜਿਸ ਇਲਾਕੇ ਦੇ ਵਿੱਚ ਅਸੀਂ ਆਏ ਆ ਇਹਦਾ ਨਾਂ ਹੈ ਬੁੱਧੂ ਦਾਵਾ ਹੈ, ਬੁੱਧੂ ਦਾਵਾ, ਤੇ ਅਸਥਾਨ ਹੈ 5ਵੀਂ ਪਾਤਸ਼ਾਹੀ। ਬਾਬਾ ਜੀ ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਵੇਲੇ ਨਾ 2 ਗੁਰਸਿੱਖ ਪਿਆਰੇ ਹੋਏ ਨੇ। ਅੱਛਾ। ਇੱਕ ਦਾ ਨਾਮ ਸੀ ਭਾਈ ਬੁੱਧੂ ਜੀ ਔਰ ਇੱਕ ਦਾ ਨਾਮ ਸੀ ਭਾਈ ਸਿੱਧੂ ਜੀ। ਅੱਛਾ। ਦੋਵੇਂ ਪਿਓ ਪੁੱਤਰ ਸਨ। ਸਹੀ। ਇਹ ਮੁਗਲਾਂ ਦੇ ਸਮੇਂ 'ਚ ਨਾ ਇਹ ਭੱਠੇ ਦਾ ਕੰਮ ਕਰਦੇ ਸਨ। ਸਹੀ ਸਹੀ। ਬਰਤਨ ਵੀ ਬਣਾਉਂਦੇ ਸਨ, ਇੱਟਾਂ ਵੀ ਬਣਾਉਂਦੇ ਸਨ। ਸਹੀ। ਗੁਰੂ ਅਰਜਨ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਨਾ ਭਾਈ ਸਿੱਧੂ ਭਾਈ ਬੁੱਧੂ ਜੀ ਦਾ ਬਹੁਤ ਜ਼ਿਕਰ ਹੈ। ਜਦੋਂ ਭਾਈ ਸਿੱਧੂ ਭਾਈ ਬੁੱਧੂ ਜੀ ਦਾ ਨਾਂ ਲੈਂਦੇ ਨੇ ਉਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਇਸੇ ਪਿਆਰੇ ਗੁਰਸਿੱਖ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਲਾਈਕ ਇੰਨਾ ਮਾਣ ਬਖਸ਼ਦੇ ਸਨ ਕਿ ਲਾਹੌਰ 'ਚ ਜਦੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਆਏ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਭਾਈ ਬੁੱਧੂ ਭਾਈ ਸਿੱਧੂ ਜੀ ਦੇ ਘਰ ਹੀ ਰਹੇ। ਹਾਂ। ਕਹਿੰਦੇ ਨੇ ਭਾਈ ਬੁੱਧੂ ਜੀ ਨੇ ਨਾ ਇੱਕ ਭੱਠਾ ਬਣਾਇਆ। ਸਹੀ ਹੈ। ਭੱਠਾ ਬਣਾਇਆ ਤੇ ਗੁਰੂ ਸਾਹਿਬ ਅੱਗੇ ਆ ਕੇ ਬੇਨਤੀ ਕੀਤੀ, ਮਹਾਰਾਜ ਬਖਸ਼ਿਸ਼ ਕਰੋ, ਮੈਂ ਭੱਠਾ ਬਣਾਇਆ ਹੈ, ਮੇਰੀਆਂ ਇੱਟਾਂ ਪੱਕੀਆਂ ਨਿਕਲਣ। ਅੱਛਾ। ਉਹ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਲੰਗਰ ਪ੍ਰਸ਼ਾਦਾ ਸਿੰਘਾਂ ਨੂੰ ਖਾਓ ਤੇ
ਅਰਦਾਸ ਕਰਾਓ। ਉਹ ਅਰਦਾਸ ਕੀਤੀ ਤੇ ਇੱਕ ਬੰਦਾ ਸੀ ਭਾਈ ਕਮਲਿਆ ਜੀ। ਭਾਈ ਕਮਲਿਆ ਜੀ ਨਾ ਅੰਦਰ ਜਾਣ ਲੱਗੇ, ਉਹਨਾਂ ਦੇ ਮੈਲੇ ਜਿਹੇ ਕੱਪੜੇ ਸਨ ਤੇ ਭਾਈ ਸਾਹਿਬ ਨੇ ਮਨਾ ਕਰ ਦਿੱਤਾ, ਭਾਈ ਬੁੱਧੂ ਜੀ ਨੇ। ਉਹਨਾਂ ਨੇ ਕਿਹਾ ਨਹੀਂ ਅੰਦਰ ਤੁਹਾਨੂੰ ਨਹੀਂ ਪਤਾ ਕਿੰਨੀਆਂ ਕਿੰਨੀਆਂ ਮਹਾਨ ਗੁਰੂ ਪਿਆਰੀਆਂ ਰੂਹਾਂ ਆਈ ਦੀਆਂ ਨੇ ਹੈ। ਤੇ ਉਹਨਾਂ ਨੇ ਕਿਹਾ ਅੱਛਾ। ਅਰਦਾਸ ਹੋ ਰਹੀ ਸੀ, ਅਰਦਾਸ ਕਹਿ ਰਹੇ ਸਨ ਕਿ ਭਾਈ ਬੁੱਧੂ ਜੀ ਦਾ ਆਵਾ ਪੱਕਾ ਨਿਕਲੇ। ਭਾਈ ਕਮਲਿਆ ਜੀ ਬਾਹਰ ਕਹਿਣ ਕੱਚਾ ਨਿਕਲੇ ਹੈ ਨਾ। ਉਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਜਦੋਂ ਆਵਾ ਪੱਕਿਆ ਤੇ ਉਹ ਕੱਚਾ ਨਿਕਲਿਆ, ਇੱਟਾਂ ਕੱਚੀਆਂ ਨਿਕਲੀਆਂ। ਉਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕੋਲ ਹਾਜ਼ਰ ਹੋਏ ਭਾਈ ਬੁੱਧੂ ਜੀ, ਕਹਿੰਦੇ ਨੇ ਮਹਾਰਾਜ ਤੁਸੀਂ ਤੇ ਕਿਹਾ ਸੀ ਕਿ ਆਵਾ ਪੱਕਾ ਨਿਕਲੇਗਾ। ਮਹਾਰਾਜ ਨੇ ਪੁੱਛਿਆ ਕਿ ਕੁਝ ਹੋਇਆ ਸੀ ਇਦਾਂ। ਉਹਨਾਂ ਨੇ ਕਿਹਾ ਇੱਕ ਗੁਰਸਿੱਖ ਪਿਆਰਾ ਸੀ, ਉਹ ਬਾਹਰ ਸੀ, ਉਹਦੇ ਕੱਪੜੇ ਬੜੇ ਮੈਲੇ ਸਨ ਤੇ ਮੈਂ ਕਿਹਾ ਕਿ ਉਹ ਸਾਰੇ ਤੰਗ ਨਾ ਸੰਗਤ ਹੋਵੇ ਤੇ ਮੈਂ ਉਹਨਾਂ ਨੂੰ ਬਾਹਰ ਕੱਢ ਦਿੱਤਾ। ਪਰ ਉਹ ਜਦੋਂ ਅਰਦਾਸ ਕਰਦੇ ਸਨ ਉਹ ਕਹਿੰਦੇ ਸੀ ਕੱਚਾ ਨਿਕਲੇ। ਉਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਕਿਹਾ ਮੇਰੇ ਗੁਰਸਿੱਖ ਦਾ ਵਾਹ ਕਟਲ ਹੈ, ਪਰ ਤੇਰੀਆਂ ਕੱਚੀਆਂ ਇੱਟਾਂ ਜਿਹੜੀਆਂ ਨਾ ਪੱਕਿਆਂ ਦੇ ਭਾਅ ਵਿਕਣਗੀਆਂ, ਪੱਕਿਆਂ ਤੋਂ ਮਹਿੰਗੀਆਂ ਵਿਕਣਗੀਆਂ ਹੈ ਨਾ। ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਉਹ ਜਿਹੜਾ ਵਜਨ ਸੀ ਉਹ ਵੀ ਪੂਰਾ ਹੋਇਆ, ਭਾਈ ਕਮਲਿਆ ਜੀ ਦਾ ਵਾਕ ਵੀ ਪੂਰਾ ਹੋ ਗਿਆ ਹੈ ਨਾ। ਕਹਿੰਦੇ ਨੇ ਕਿ ਲਾਹੌਰ 'ਚ 3 ਹਫ਼ਤੇ ਹੈ ਨਾ ਬਰਸਾਤ ਰਹੀ, ਬਾਰਿਸ਼ ਹੋਈ, ਕਿਲੇ ਦੀ ਕੰਧ ਡਿੱਗ ਪਈ। ਕਿਲੇ ਦੀ ਕੰਧ ਡਿੱਗੀ ਤੇ ਹਿਫਾਜ਼ਤੀ ਤੌਰ ਦੇ ਉੱਤੇ ਜਦੋਂ ਉਹਨਾਂ ਨੇ ਇੱਟਾਂ ਲੱਭਣੀਆਂ ਚਾਹੀਆਂ, ਸਭ ਦੀਆਂ ਪੱਕੀਆਂ ਇੱਟਾਂ ਸਨ, ਭੱਠੇ ਆਪਣਾ ਕੰਮ ਇੱਟਾਂ ਬਣਾ ਨਹੀਂ ਰਹੇ ਸਨ ਤੇ ਇੱਟਾਂ ਕਿਸੇ ਵੇਲੇ ਹੈ ਕੋਈ ਨਹੀਂ ਸਨ। ਕੱਚੀਆਂ ਇੱਟਾਂ ਮਰਾਦ ਮਿੱਟੀ ਨਹੀਂ ਸੀ, ਉਹ ਥੋੜੀਆਂ ਪੱਕੀ ਦੀਆਂ ਸਨ ਪਰ ਪ੍ਰੋਪਰ ਪੱਕੀਆਂ ਨਹੀਂ ਹੋਈਆਂ ਹੈ ਨਾ। ਕਹਿੰਦੇ ਨੇ ਕਿ ਉਹ ਜਿਹੜੀਆਂ ਇੱਟਾਂ ਸਨ ਨਾ, ਉਹ ਲਾਹੌਰ ਦਾ ਸੂਬੇਦਾਰ ਨੇ ਪੈਗਾਮ ਭਿਜਵਾਇਆ ਕਿ ਜਿਹਦੇ ਕੋਲ ਵੀ ਇੱਟਾਂ ਨੇ ਉਹਦੇ ਕੋਲ 3 ਗੁਣਾ ਕੀਮਤ ਦੇ ਉੱਤੇ ਇੱਟਾਂ ਖਰੀਦ ਲਓ। ਫਿਰ ਉਸ ਜਗ੍ਹਾ ਤੇ 3 ਗੁਣਾ ਜ਼ਿਆਦਾ ਖਰੀਦਿਆ। ਅਸੀਂ ਉਸ ਜਗ੍ਹਾ ਤੇ ਵੀ ਜਾਵਾਂਗੇ ਜਿੱਥੇ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਤਾਮੀਰ ਕਰਾਇਆ, ਭਾਈ ਸਾਹਿਬ ਦੀ ਸਮਾਧ ਤੇ ਵੀ ਜਾਵਾਂਗੇ ਹੈ ਨਾ। ਲੇਕਿਨ ਆਪਾਂ ਆਉਣ ਦਾ ਮਕਸਦ ਇਹ ਹੈ ਕਿ ਇਹ ਨਿਸ਼ਾਨੀਆਂ ਨੇ, ਦੇਖ ਲਓ ਅੱਜ ਵੀ ਤਹਿ ਦੇ ਨਾਲ ਮੁਗਲੀ ਤਾਂ ਆ ਵੇਖ ਲਓ ਕਿ ਇਹ ਚੀਜ਼ਾਂ ਜਿਹੜੀਆਂ ਨਾ ਅੱਗੇ ਮੇਰਾ ਖਿਆਲ ਹੈ ਕਿ ਸਾਡੇ ਬਥੇਰੇ ਵੀਰ ਆਉਂਦੇ ਨੇ ਚੜ੍ਹਦੇ ਪੰਜਾਬ ਤੋਂ ਵੀ, ਲਹਿੰਦੇ ਪੰਜਾਬ ਤੋਂ ਵੀ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹ ਇੱਧਰ ਆ ਕੇ ਵੇਖਦੇ ਹੋਣਗੇ ਇਹ ਚੀਜ਼ਾਂ। ਉਹ ਸਿਰਫ ਔਰ ਸਿਰਫ ਉੱਥੇ ਬਾਦਸ਼ਾਹੀ ਮਸਜਿਦ, ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ, ਉਹ ਚੀਜ਼ਾਂ ਵੇਖ ਲੀਆਂ ਤੇ ਇਹ ਬੁੱਧੂ ਦਾ ਆਵਾ ਵੇਖ ਲਓ। ਇੱਟਾਂ ਅੱਜ ਵੀ ਉਵੇਂ ਹੀ ਨੇ, ਠੀਕ ਹੈ। ਇਹ ਕਿੱਡੀ ਪੁਰਾਣੀ ਜਗ੍ਹਾ, ਇਹ ਪੂਰਾ ਇਲਾਕਾ ਜਿਹੜਾ ਨਾ ਬ੍ਰਿਟਿਸ਼ ਰਾਜ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ ਨੇ ਇੱਥੇ ਆ, ਉਹ ਅੱਜ ਵੀ ਉਵੇਂ ਖੜੀਆਂ ਨੇ, ਸਹੀ ਹੈ। ਤੇ ਇਹ ਵੇਖੋ ਹੈਂ, ਆਵਾ ਪੱਕਾ ਨਿਕਲੇ ਕੱਚਾ ਨਿਕਲੇ, ਰਾਣਾ ਸਾਹਿਬ ਨੇ ਗੱਲ ਸੁਣਾਈ ਹੈ ਨਾ, ਤੇ ਇਹ ਉਹ ਆਵਾ ਹੈ। ਰਾਣਾ ਸਾਹਿਬ ਇੱਕ ਹੋਰ ਗੱਲ ਦੱਸ ਰਹੇ ਨੇ, ਇਹ ਵੈਸੇ ਤਾਂ ਹੈ ਤਾਂ ਬਥੇਰਾ ਵੱਡਾ ਹੈ, ਪਿਛਾ ਨੂੰ ਇਹ ਕਹਿ ਰਹੇ ਨੇ ਕਿ ਜਿੰਨੇ ਘਰ ਨੇ, ਜਿੰਨਾ ਏਰੀਆ ਨਾ ਜਿਹੜਾ, ਇਹ ਸਾਰਾ ਬੁੱਧੂ ਦਾ ਆਵਾ ਇਲਾਕੇ ਦਾ ਨਾਂ ਹੈ ਤੇ ਬਾਬੇ ਬੁੱਧੂ ਦਾ ਭੱਠਾ ਸੀ। ਅੱਛਾ ਭਾਜੀ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ, ਅੱਜ ਵੀ ਲਾਹੌਰ ਦਾ ਮਿਆਣੀ ਸਾਹਿਬ ਤੋਂ ਸਭ ਤੋਂ ਵੱਡਾ, ਮਿਆਣੀ ਸਾਹਿਬ ਤੋਂ ਬਾਅਦ ਸਭ ਤੋਂ ਵੱਡਾ ਕਬਰਸਤਾਨ ਮੁਸਲਮਾਨਾਂ ਦਾ, ਕ੍ਰਿਸਚਨਾਂ ਦਾ ਸਭ ਤੋਂ ਵੱਡਾ ਕਬਰਸਤਾਨ, ਔਰ ਹਿੰਦੂਆਂ ਦਾ ਸ਼ਮਸ਼ਾਨ ਘਾਟ ਭਾਈ ਬੁੱਧੂ ਜੀ ਦੀ ਹੀ ਜਗ੍ਹਾ 'ਚ, ਭਾਈ ਬੁੱਧੂ ਜੀ ਇੱਥੇ। ਤੇ ਰੇਲਵੇ ਦੇ ਉਹ ਜਿਹੜੇ ਤੁਸੀਂ ਦੱਸ ਰਹੇ ਜੀ ਹੈੱਡਕੁਆਟਰ ਵੀ ਇੱਥੇ ਹੀ ਹੈ। ਹਾਂ, ਮਤਲਬ ਐਡਾ ਵੱਡਾ ਏਰੀਆ ਸੀ ਉਹਨਾਂ ਕੋਲੇ। ਵਾਹ ਜੀ ਵਾਹ। ਜਿਸ ਇਲਾਕੇ ਦੇ ਵਿੱਚ ਆਪਾਂ ਫਿਰ ਰਹੇ ਹਾਂ, ਤੁਹਾਨੂੰ ਪਹਿਲੇ ਵੀ ਦੱਸਿਆ ਇਲਾਕੇ ਦਾ ਨਾਮ ਹੈ ਬੁੱਧੂ ਦਾ ਆਵਾ। ਤੇ ਇਹ ਬੁੱਧੂ ਭਾਈ ਦੀ ਸਮਾਧ ਹੈ ਤੇ ਇਹ ਉਹਨਾਂ ਦੀ ਹਿਸਟਰੀ ਲਿਖੀ ਹੋਈ ਆ, ਸਹੀ ਆ। ਇੰਗਲਿਸ਼ ਦੇ ਵਿੱਚ ਵੀ ਲਿਖੀ ਆ, ਉਰਦੂ ਦੇ ਵਿੱਚ ਵੀ ਲਿਖੀ ਆ। ਤੇ ਇਹ ਸਮਾਧ ਹੈ। ਅੰਦਰ ਨਹੀਂ ਜਾ ਸਕਦੇ ਰਾਣਾ ਸਾਹਿਬ। ਇਹਦੀ ਜਿਹੜਾ ਸੀ ਬੁੱਧੂ ਦਾ ਆਵਾ ਦੇਖ ਕੇ ਆਏ ਆ ਨਾ, ਭਾਈ ਬੁੱਧੂ ਜੀ ਦਾ ਆਵਾ, ਇਹ ਭਾਈ ਬੁੱਧੂ ਜੀ ਦੀ ਸਮਾਧ ਹੈ ਨਾ, ਸਮਾਧ ਹੈ, ਮਕਬਰਾ ਹੈ ਨਾ। ਔਰ ਨਾਲ ਹੀ ਭਾਈ ਬੁੱਧੂ ਜੀ ਦੀ ਗ੍ਰੇਵ ਹੈ, ਨਾਲ ਭਾਈ ਸਿੱਧੂ ਜੀ ਦੀ ਗ੍ਰੇਵ ਹੈ ਨਾ। ਇਹਨਾਂ ਦੇ ਬਾਰੇ ਵੀ ਕਿਹਾ ਕਿ ਕਿਹਾ ਜਾਂਦਾ ਨਾ ਕਿ ਦੋਨੋਂ ਮੁਸਲਮਾਨ ਸਨ ਹੈ ਨਾ, ਔਰ ਐਕਚੁਅਲੀ ਇਹਨਾਂ ਦੀਆਂ ਕਬਰਾਂ ਬਣੀਆਂ, ਬਾਅਦ ਹਿਸਟੋਰੀਅਨ ਇਹਨੂੰ ਸਮਾਧ ਲਿਖਦੇ ਨੇ, ਬਾਅਦ ਇਹਨੂੰ ਕਬਰ ਲਿਖਦੇ ਨੇ, ਲੇਕਿਨ ਭਾਈ ਸਾਹਿਬ ਦਾ ਸਥਾਨ ਹੀ ਇਹੀ ਹੈ। ਤੁਸੀਂ ਇੱਥੇ ਲਾਹੌਰ ਆਓ, ਤੁਸੀਂ ਰਿਕਸ਼ੇ ਵਾਲੇ ਤੋਂ ਲੈ ਕੇ ਟੈਕਸੀ ਵਾਲਾ, ਬੱਚੇ ਨੂੰ ਪੁੱਛੋ ਅਸੀਂ ਬੁੱਧੂ ਦੇ ਆਵੇ ਜਾਣਾ, ਉਹ ਦੱਸੇਗਾ। ਇਹ ਸਾਹਮਣੇ ਸਾਡੇ ਸਾਹਮਣੇ ਬਿਲਕੁਲ ਹੈ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਇਹਨੂੰ ਕਹਿੰਦੇ ਨੇ UET ਹੈ ਨਾ। ਇਹ ਪਹਿਲੇ ਸੀ, ਪਾਰਟੀਸ਼ਨ ਤੋਂ ਪਹਿਲੇ ਸੀ ਸਿੱਖ ਨੈਸ਼ਨਲ ਕਾਲਜ, ਸਿੱਖ ਨੈਸ਼ਨਲ ਕਾਲਜ ਜਿਹੜਾ ਟ੍ਰਾਂਸਫਰ ਹੋ ਕੇ ਹੁਣ ਗੁਰਦਾਸਪੁਰ ਚਲਾ ਗਿਆ। ਇੰਡੀਆ ਦੇ ਪਹਿਲੇ ਡਿਫੈਂਸ ਮਿਨਿਸਟਰ ਸਨ ਬਲਦੇਵ ਸਿੰਘ ਜੀ, ਉਹਨਾਂ ਦੇ ਪਿਤਾ ਸਨ ਇੰਦਰ ਸਿੰਘ ਜੀ ਨਾ। ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਔਰ ਸਾਹਮਣੇ ਜਿਹੜਾ ਕਾਲਜ ਸੀ ਉਹਦੇ ਵਾਸਤੇ ਜਿੰਨੀ ਸੇਵਾ ਸੀ ਉਹਨਾਂ ਨੇ ਕਰਵਾਈ ਸੀ, ਪਹਿਲੇ ਡਿਫੈਂਸ ਮਿਨਿਸਟਰ ਬਲਦੇਵ ਸਿੰਘ ਦੇ ਪਿਤਾ। ਸਹੀ ਸੀ। ਭਾਜੀ ਇਹ ਸਿਰਫ ਮਤਲਬ ਲਾਈਕ ਇਹ ਭਾਜੀ ਬੁਰਜੀ ਕਦੋਂ ਲੱਗੀ ਸੀ? ਇਹ ਤੇ ਸਰ ਅਭੀ ਚਾਵਲ ਸਨ ਨਾ ਮਹਾਰਾਜ ਸਾਹਿਬ ਦੇ ਜਰਨੈਲ ਜਿਹੜੇ ਬਾਹਰੋਂ ਆਏ ਦੇ ਸਨ,
ਇਹ ਉਹਨਾਂ ਦੇ ਘਰ ਦੇ ਬਾਹਰ ਤਖਤੀ ਲੱਗੀ ਦੀ ਸੀ ਅੱਛਾ ਅੱਛਾ। ਇਹ ਜਿੰਨੀ ਜਗ੍ਹਾ ਹੈ ਨਾ ਸਾਰੀ ਸਰ ਇਹ ਵੀ ਡਬਲ ਦਾ ਘਰ ਸੀ ਹਨਾ, ਕੋਠੀ ਹੁੰਦੀ ਸੀ ਕਦੀ, ਲੇਕਿਨ ਉਹ ਚਲੋ ਹੁਣ ਕਿਸੇ ਸਬੱਬ ਕਰਕੇ ਦੁਕਾਨਾਂ ਕੀਆਂ ਬਣ ਗਈਆਂ। ਬਟ ਇਹ ਹਜੇ ਤੱਕ ਸਾਇੰਸ ਐਸੇ ਲੱਗਾ ਦਾ ਦਾ ਸਾਈਟ ਆਫ ਬੁੱਧੂ ਕਾ ਆਵਾ ਐਂਡ ਦਾ ਹਾਊਸ ਆਫ ਜਨਰਲ ਅਰਸ਼ਾਪੁਰ। ਆ ਸਾਰਾ ਜਿਹੜਾ ਇਹ ਐਵੀਟੇਬਲ ਜਨਰਲ ਦਾ ਘਰ ਇਹ ਐਵੀਟੇਬਲ ਦਾ ਘਰ ਸੀ। ਹਾਂਜੀ ਘਰ ਸੀ ਜਨਰਲ ਸਾਹਿਬ। ਏਰੀਆ ਬੁੱਧੂ ਦਾ ਵਾ। ਹਾਂ ਚਲੋ ਚੱਲਦੇ ਆ ਅੱਗੇ, ਤੁਹਾਨੂੰ ਹੋਰ ਕੁਝ ਚੀਜ਼ਾਂ ਦਿਖਾਉਂਦੇ ਆ। ਬੁੱਧੂ ਦੇ ਆਵੇ ਤੋਂ ਨਿਕਲ ਕੇ ਹੁਣ ਸਿੱਧਾ ਅਸੀਂ ਪਹੁੰਚੇ ਆ ਸ਼ੇਰ ਸਿੰਘ ਦੀ ਸਮਾਧ ਤੇ ਨਾਲ ਹੀ ਇੱਥੇ ਆ ਬਾਰਾਂਦਰੀ, ਇਤਿਹਾਸ ਲਿਖਿਆ ਸ਼ੇਰ ਸਿੰਘ ਦੀ ਸਮਾਧ। ਇੱਕ ਦੋ ਤਿੰਨ ਚਾਰ ਪੰਜ 6 7 8 ਇਹ 8 ਦਰਵਾਜ਼ੇ ਨੇ ਭਾਜੀ ਬਾਰਾਂਦਰੀ। ਹਾਂ ਇਹ ਹੈ ਜੀ ਹਨਾ ਬਾਰਾਂਦਰੀ ਹੈ ਮਹਾਰਾਜ ਸ਼ੇਰ ਸਿੰਘ ਦੀ ਇੱਕ ਇਤਿਹਾਸ ਨਾਲ ਇਹਦਾ ਬੜਾ ਗੂੜਾ ਤਾਲਕ ਹੈ। ਅਗਰ ਤੁਸੀਂ ਕਹੋ ਕਿ ਮਹਾਰਾਜਾ ਸਾਹਿਬ ਦੇ ਰਾਜ ਦਾ ਜਿਹੜਾ 40 ਸਾਲਾਂ 'ਚ ਉਹਨਾਂ ਨੇ ਕਾਇਮ ਕੀਤਾ, ਉਹ ਜਿੱਦਾਂ ਤਿੱਤਰ ਬਿੱਤਰ ਹੋਇਆ ਨਾ, ਕਹਿੰਦੇ ਨੇ ਮਹਾਰਾਜ ਸਾਹਿਬ ਦਾ ਰਾਜ ਇਦਾਂ ਹੋਇਆ ਜਿੱਦਾਂ ਪਤਝੜ ਦੇ ਵਿੱਚ ਮੌਸਮ 'ਚ ਜਿੱਦਾਂ ਖੁਸ਼ਕ ਪੱਤੇ ਨਹੀਂ ਕਿਰਦੇ, ਇਦਾਂ ਮਹਾਰਾਜ ਸਾਹਿਬ ਦੇ ਘਰ ਦੇ ਜੀ ਖਿੰਡ ਗਿਆ। ਕਹਿੰਦੇ ਨੇ ਕਿ ਜਦੋਂ ਮਹਾਰਾਣੀ ਦਤਾਰ ਕੌਰ ਜੀ ਪੂਰੇ ਹੋਏ ਨਾ, ਤੇ ਮਹਾਰਾਜ ਸਾਹਿਬ ਉਹਨਾਂ ਦੀ ਸ਼ਕਲ ਦੇਖੀ ਜਾ ਰਹੇ ਸਨ, ਦੇਖੀ ਜਾ ਰਹੇ ਸਨ, ਤੇ ਲੋਕਾਂ ਨੇ ਸੋਚਿਆ ਕਿ ਹਰੇ ਮਹਾਰਾਜ ਸਾਹਿਬ ਸਕਤੇ 'ਚ ਆ ਗਏ। ਕਹਿੰਦੇ ਨੇ ਥੋੜਾ ਜਿਹਾ ਨਾ ਮਹਾਰਾਜ ਸਾਹਿਬ ਨੂੰ ਹਿਲਾਇਆ ਗਿਆ, ਤੇ ਕੋਈ ਨਾ ਰੱਬ ਦਾ ਭਾਣਾ। ਕਹਿੰਦੇ ਨੇ ਕਿ ਮਹਾਰਾਜਾ ਸਾਹਿਬ ਨੂੰ ਅੱਗੇ ਮਹਾਰਾਜ ਸਾਹਿਬ ਬੋਲੇ, ਕਹਿੰਦੇ ਨਹੀਂ ਮੈਨੂੰ ਪਤਾ ਹੈ ਕਿ ਮਹਾਰਾਣੀ ਦਤਾਰ ਕੌਰ ਜੀ ਪੂਰੇ ਹੋ ਗਏ ਹਨਾ, ਲੇਕਿਨ ਮੈਂ ਸੋਚਣਾ ਇਹ ਪਿਆ ਕਿ ਮੌਤ ਮੇਰੇ ਘਰ ਕਿਵੇਂ ਆ ਗਈ। ਕਿੰਨੀ ਪਾਵਰਫੁਲ ਪਰਸਨੈਲਿਟੀ ਸੀ। ਉਹ ਕਹਿੰਦੇ ਮੌਤ ਕਿਵੇਂ ਮੇਰੇ ਘਰ ਆ ਗਈ। ਇੱਕ ਉਹ ਵਕਤ ਆ ਗਿਆ ਕਿ ਕੋਈ ਮਹੀਨਾ ਐਸਾ ਨਹੀਂ ਸੀ, ਕੋਈ ਹਫ਼ਤਾ ਐਸਾ ਨਹੀਂ ਸੀ ਕਿ ਮਹਾਰਾਜਾ ਦੇ ਖਾਨਦਾਨ 'ਚੋਂ ਕੋਈ ਮੌਤ ਨਹੀਂ ਹੁੰਦੀ ਸੀ ਹਨਾ। ਇਹ ਉਹ ਜਗ੍ਹਾ ਜਿੱਥੇ ਮਹਾਰਾਜਾ ਸ਼ੇਰ ਸਿੰਘ ਜੀ, ਅਜੀਤ ਸਿੰਘ ਸਿੰਧਾਵਾਲੀਆ, ਲਹਿਣਾ ਸਿੰਘ ਸਿੰਧਾਵਾਲੀਆ ਨੂੰ ਪੰਜਾਬ 'ਚੋਂ ਕੱਢ ਦਿੱਤਾ ਗਿਆ ਸੀ। ਉਹ ਕਲਕੱਤਾ 'ਚ ਜਾ ਕੇ ਰਹਿੰਦੇ ਸਨ। ਮਹਾਰਾਜ ਸ਼ੇਰ ਸਿੰਘ ਦਾ ਰਾਜ ਨਾ, ਮਹਾਰਾਜ ਸਾਹਿਬ ਤੋਂ ਬਾਅਦ ਥੋੜਾ ਸਮਾਂ ਐਸਾ ਆ ਗਿਆ ਕਿ ਲੋਕਾਂ ਨੇ ਮਹਾਰਾਜ ਸ਼ੇਰ ਸਿੰਘ ਦੇ ਰਾਜ ਤੋਂ ਨਾ ਮਹਾਰਾਜ ਸਾਹਿਬ ਦੇ ਰਾਜ ਨੂੰ ਯਾਦ ਕਰਨਾ ਸ਼ੁਰੂ ਕਰਤਾ ਕਿ ਸ਼ੁਕਰ ਹੈ ਸਾਡੇ ਸਾਹ 'ਚ ਸਾਹ ਆਇਆ, ਹੁਣ ਦੁਬਾਰਾ ਉਹ ਰੁੱਤ ਵਾਪਸ ਆ ਰਹੀ ਹੈ। ਪਰ ਥੋੜਾ ਸਮਾਂ ਆਇਆ। ਕਹਿੰਦੇ ਨੇ ਕਿ ਅਜੀਤ ਸਿੰਘ ਸਿੰਧਾਵਾਲੀਆ, ਲਹਿਣਾ ਸਿੰਘ ਸਿੰਧਾਵਾਲੀਆ ਨੇ ਨਾ, ਕਿਉਂਕਿ ਮਹਾਰਾਜ ਸਾਹਿਬ ਦੇ ਅਜ਼ੀਜ਼ ਸਨ, ਉਹਨਾਂ ਨੇ ਕਿਹਾ ਚਾਚਾ ਜੀ ਜੇ ਤੁਸੀਂ ਰਾਜ ਚਾਹੁੰਦੇ ਹੋ ਨਾ, ਆਪਾਂ ਲੜੀਏ ਨਾ ਹਨਾ, ਆਪਾਂ ਮਿਲ ਕੇ ਰਾਜ ਕਰਨੇ ਆ। ਜੇ ਤੁਸੀਂ ਗੱਦੀ ਲੈਣੀ ਆ ਤਾਂ ਮੈਂ ਗੱਦੀ ਤੋਂ ਉਤਰ ਜਾਣਾ, ਤੁਸੀਂ ਬਹਿ ਜਾਓ ਹਨਾ, ਪਰ ਸੋਹਣੇ ਤਰੀਕੇ ਨਾਲ ਸਾਰਾ ਨਿਜ਼ਾਮ ਚੱਲੇ। ਆਪਾਂ ਬਹੁਤ ਮੁਸ਼ਕਿਲ ਹੈ ਰਾਜ ਕਾਇਮ ਕੀਤਾ, ਲੇਕਿਨ ਤੁਸੀਂ 1 ਮਿੰਟ ਆਸੇ ਸੋਚੋਗੇ ਕਿ ਅਗਲੇ ਲਮਹੇ ਉਹ ਕਹਿ ਰਹੇ ਨੇ ਨਹੀਂ ਸਾਨੂੰ ਰਾਜ ਗੱਦੀ ਦੀ ਲੋੜ ਨਹੀਂ ਹੈ ਹਨਾ। ਲੇਕਿਨ ਇੱਥੇ ਨਾ ਅਜੀਤ ਸਿੰਘ ਸਿੰਧਾਵਾਲੀਆ ਤੇ ਲਹਿਣਾ ਸਿੰਘ ਸਿੰਧਾਵਾਲੀਆ ਨੇ ਨਾ 200 ਜਵਾਨ ਭਰਤੀ ਕੀਤਾ। ਬਸ 300 ਲਿਖਦੇ ਨੇ, ਬਾਅਦ 200 ਜਵਾਨ ਲਿਖਦੇ ਨੇ, ਉਹ ਭਰਤੀ ਕੀਤਾ ਫੌਜ ਦੇ ਅੰਦਰ। ਉਹਨਾਂ ਮਹਾਰਾਜ ਸਾਹਿਬ ਨੂੰ ਕਹਿੰਦੇ ਨੇ ਕਿ ਇਸ ਜਗ੍ਹਾ ਤੇ ਨਾ ਟ੍ਰੇਨਿੰਗ ਹੋਣੀ ਹੈ। ਇਹ ਬਾਰਾਂਦਰੀ ਐਸੀ ਸੀ ਮਹਾਰਾਜ ਸਾਹਿਬ ਦੀ, ਇਹਦੇ ਅੱਗੋਂ ਰਾਵੀ ਗੁਜ਼ਰਦੀ ਸੀ, ਠੀਕ ਹੈ ਨਾ। ਹਾਂ, ਇਹ ਸਾਰਾ ਜੰਗੀ ਏਰੀਆ ਸੀ, ਫੌਜੀ ਸ਼੍ਰੇਣੀ ਏਰੀਆ। ਇਹ ਫੌਜੀ ਸ਼੍ਰੇਣੀ ਖਾਲਸਾ ਰਾਜ ਦੀ ਫੌਜ, ਸਾਰਾ ਇਲਾਕਾ ਫੌਜੀ ਸ਼੍ਰੇਣੀ ਏਰੀਆ। ਇੱਥੇ ਨਾ ਉਹਨਾਂ ਨੇ ਕੁਸ਼ਤੀ ਦਾ ਹਨਾ, ਗੱਤਕੇ ਦਾ, ਰਾਈਫਲਾਂ ਦਾ ਹਨਾ ਕਰਤੱਵ ਦਿਖਾਣੇ ਸਨ। ਉਹਨਾਂ ਨੇ ਕਿਹਾ ਆਓ ਜੀ ਦਿਖਾਉਂਦੇ ਆ ਤੁਹਾਨੂੰ। ਮਹਾਰਾਜ ਸਾਹਿਬ ਉੱਥੇ ਖੜੇ ਸਨ ਤੇ ਲਹਿਣਾ ਸਿੰਘ ਨੇ ਕਿਹਾ ਕਿ ਮਹਾਰਾਜ ਸਾਹਿਬ ਇਹ ਰਾਈਫਲ ਨਾ ਮੈਨੂੰ ਵਾਇਸਰਾਏ ਹਿੰਦ ਨੇ ਦਿੱਤੀ ਸੀ ਕੋਲਕਾਤਾ ਦੇ ਅੰਦਰ, ਇਹਨੂੰ ਚੈੱਕ ਕਰੋ। ਉਹ ਮਹਾਰਾਜ ਸਾਹਿਬ ਦੇ ਮੂਹਰੇ ਖੜਾ ਹੋਇਆ, ਅੱਗੇ ਖੜਾ ਹੋ ਕੇ, ਤੇ ਉਹਨੇ ਉਹਦਾ ਘੋੜਾ ਦਬਾ ਦਿੱਤਾ ਮਹਾਰਾਜ ਸਾਹਿਬ ਦੀ ਛਾਤੀ ਦੇ ਵਿੱਚ, ਗੋਲੀ ਲੱਗੀ। ਮਹਾਰਾਜ ਸਾਹਿਬ ਥੱਲੇ ਡਿੱਗ ਪਏ। ਕਹਿੰਦੇ ਨੇ ਇਹ ਉਹਨਾਂ ਦੇ ਆਖਰੀ ਲਫ਼ਜ਼ ਸੀ ਕਿ ਇਹ ਕੀ ਭਾਣਾ ਵਾਪਰ ਗਿਆ ਹਨਾ। ਨਾਲ ਹੀ ਉਹਨਾਂ ਦਾ ਬੇਟਾ ਸੀ, ਪੁੱਤਰ ਸੀ ਉਹਨਾਂ ਦਾ 7 ਸਾਲਾਂ ਦਾ, ਕਮਰ ਪ੍ਰਤਾਪ ਸਿੰਘ। 7 ਸਾਲ ਦੀ ਉਮਰ ਹੈ ਯਾਰ ਹਾਂ, ਮਤਲਬ ਇੱਕ ਰਿਸ਼ਤੇਦਾਰ ਹੋ ਤੁਸੀਂ ਹਾਂ, ਤੁਹਾਨੂੰ ਦਾਦਾ ਕਹਿੰਦਾ ਹੋਏ ਹੈਂ, ਤੁਸੀਂ ਉਹਦਾ ਸਿਰ ਲਾ ਦਿਓ, ਠੀਕ ਹੈ। ਉੱਥੇ ਸਿਰ ਲਾਇਆ ਗਿਆ। ਇਹ ਇੱਕ ਪੱਥਰ ਹੈ ਹਨਾ, ਬਹੁਤ ਲੰਬੇ ਅਰਸੇ ਤੱਕ ਹਨਾ ਇਸ ਜਗ੍ਹਾ ਦੇ ਉੱਤੇ ਜਿਹੜੀ ਮਹਾਰਾਜ ਸਾਹਿਬ ਦੇ ਸੀਨੇ 'ਚ ਗੋਲੀ ਵੱਜੀ ਨਾ, ਉਹਦਾ ਸਿੱਲ ਜਿਹੜੀ ਸੀ ਨਾ ਉਹ ਮਾਰਬਲ ਦੀ, ਉਹ ਇੱਥੇ ਪੱਥਰ ਲੱਗਾ ਦਾ ਸੀ ਬਹੁਤ ਸਮੇਂ ਪਹਿਲੇ, ਮਤਲਬ ਦਾ ਹਾਂ 90-95 ਦੇ ਕਰੀਬ ਨਾ ਇੱਥੋਂ ਪੱਥਰ ਕੋਈ ਲਾ ਕੇ ਲੈ ਗਿਆ ਹਨਾ, ਅਕੀਦਤ ਨਾਲ ਲਾ ਕੇ ਲੈ ਗਿਆ। ਹਾਂ ਨਹੀਂ ਉਹਦਾ ਨਹੀਂ ਪਤਾ। ਇੱਥੇ ਇੱਕ ਕੂਆ ਸੀ ਅੰਦਰ, ਬਾਕੀ ਚੱਲ ਰਿਹਾ ਗੋਲੀ ਛਾਤੀ ਤੇ ਨਿਕਲ ਕੇ ਪੱਥਰ 'ਚ
ਕਿਆ ਯਾਰ ਇਤਿਹਾਸ ਲਾਹੌਰ ਦੇ ਵਿੱਚ ਇਹ ਤੁਸੀਂ ਦੇਖੋ ਨਾ ਕਿੰਨੀ ਪੁਰਾਣੀ ਬਿਲਡਿੰਗ। ਇੱਥੇ ਆਉਣ ਦਾ ਯਾਰ ਯਕੀਨ ਕਰ ਜੋ ਮਕਸਦ ਹੈ ਕਿ ਪੂਰਾ ਤੁਸੀਂ ਲਾਹੌਰ ਨੂੰ ਐਕਸਪਲੋਰ ਕਰੋ। ਅਸੀਂ ਆਉਂਦੇ ਹਾਂ, ਅਸੀਂ ਆ ਕੇ ਹਵੇਲੀ ਸ਼ਾਹੀ ਕਿਲ੍ਹਾ ਵੇਖ ਕੇ ਅਸੀਂ ਮੁੜ ਜਾਂਦੇ ਹਾਂ। ਇਹ ਵੇਖੋ ਬਾਰਾਂਦਰੀ ਹੈ, ਇਹ ਵੇਖੋ ਕਿਆ ਕਮਾਲ ਹੈ ਯਾਰ। ਹੋਏ 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 ਯਾਰ, ਪੰਜਾਬੀਆਂ ਦਾ ਕਿੱਡਾ ਇਤਿਹਾਸ ਸੀ ਯਾਰ, ਅਸੀਂ ਭੁੱਲ ਗਏ ਹਾਂ ਇਹ ਚੱਕਰ। ਉਹ ਸੀ ਬੰਦੇ ਅਸੀਂ ਹੋਣਗੇ ਜਿਹੜਾ ਕੋਈ ਸਿਨੇਮਾ ਲੈ ਕੇ ਜਾਣਗੇ ਤੇ ਉਹ ਸ਼ਾਇਦ 2-3 ਦਿਨ ਯਾਦ ਰਹੇਗਾ। ਲੇਕਿਨ ਕਹਿੰਦੇ ਨੇ ਨਾ ਕਿ ਜਿਨ੍ਹਾਂ ਦੇ ਅੰਦਰ ਜ਼ਰਫ ਹੈ, ਜਿਨ੍ਹਾਂ ਦੇ ਬਾਰੇ ਸਿੱਖੀ ਦਾ ਦਰਦ ਹੈ ਨਾ, ਉਹ ਇੱਥੋਂ ਦੇ ਸੁਨੇਹਾ ਲੈ ਕੇ ਜਾਂਦੇ ਆ ਨਾ, ਅਗਲੀਆਂ 7 ਨਸਲਾਂ ਤੱਕ ਵੀ ਟ੍ਰਾਂਸਫਰ ਕਰੇਗਾ। ਦੇਖੋ ਬਾਰਾਂਦਰੀ ਅਸੀਂ ਉਧਰੋਂ ਐਂਟਰ ਹੋਏ ਆ ਤੇ ਇਸ ਸਾਈਡ ਤੋਂ ਅਸੀਂ ਨਿਕਲ ਆਏ ਆ ਬਾਰਾਂਦਰੀ ਚੋਂ। ਇਹ ਚੈੱਕ ਕਰੋ। ਇਹ ਅਸੀਂ ਦੂਜੀ ਸਾਈਡ ਤੇ ਨਿਕਲ ਆਏ ਆ। ਇੱਥੋਂ ਰਾਵੀ ਗੁਜ਼ਰਦਾ ਹੁੰਦਾ ਸੀ ਕਿਸੇ ਵਕਤ ਦੇ ਵਿੱਚ। ਅੱਜ ਇਹ ਪੂਰਾ ਸ਼ਹਿਰ ਬਣ ਗਿਆ। ਛਾਉਣੀ ਵੀ ਸੀ ਇਲਾਕਾ ਤੇ ਨਾਲ ਹੀ ਬੁੱਧੂ ਦਾ ਵਾ। ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਸ਼ੇਰ ਸਿੰਘ ਦੀ ਸਮਾਧ ਹੈ। ਤੇ ਇੱਥੇ ਦਰਬਾਰ ਸ਼ਰੀਫ ਵੀ ਆਇਆ ਹਜ਼ਰਤ ਸੈਯਦ ਸ਼ਾਹ ਬਲਾਲ ਅਲ ਬਰੂਫ ਬਾਬਾ ਸ਼ਾਹ ਬਲੌਰ, ਉਹਨਾਂ ਦਾ ਦਰਬਾਰ ਸ਼ਰੀਫ ਸ਼ਾਇਦ ਅੱਗੇ ਕਰਕੇ ਹੋਵੇਗਾ। ਇਹ ਬਾਰਾਂਦਰੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਉਦੋਂ ਦੇ ਬਣੀ ਹੋਈ ਚਗਾਠਾਂ, ਇਹ ਬੂਹੇ, ਇਹ ਤੁਸੀਂ ਇੱਟ ਵੇਖ ਸਕਦੇ ਹੋ। ਇੱਟ ਵੇਖੋ ਜਿਹੜੀ ਛੋਟੀ ਇੱਟ ਲੱਗੀ ਹੋਈ ਹੈ, ਇਹ ਨਕਸ਼ ਨਗਾਰੀ। ਉਹ ਪਰਲੀ ਸਾਈਡ ਤੇ ਬਾਰਾਂਦਰੀ ਤੇ ਇਹ ਦਰਬਾਰ ਸ਼ਰੀਫ ਹੈ ਵਾਸਲਾਮ। ਤੇ ਇਹ ਸ਼ੇਰ ਸਿੰਘ ਦੀ ਸਮਾਧ ਹੈ, ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਦੀ। ਉਹ ਪਰਲਾ ਦਰਵਾਜ਼ੇ ਨੂੰ ਤਾਲਾ ਵੱਜਿਆ ਤੇ ਆਪਾਂ ਇੱਧਰ ਦੀ ਜਾਵਾਂਗੇ। ਇਹ ਉਸ ਤੌਰ ਦੀ ਬਣੀ ਹੋਈ ਹੈ ਪਰਲੀ ਸਾਈਡ ਤੇ। ਦੂਸਰੀ ਸਾਈਡ ਤੇ ਭਾਈ ਵੀਰ ਹੋਣੀ ਇੱਧਰ, ਆਪਾਂ ਨੂੰ ਚੱਲਦੇ ਹਾਂ ਉੱਧਰ। ਇਹਦੀ ਸਮਾਧ ਹੈ ਮਹਾਰਾਜਾ ਸ਼ੇਰ ਸਿੰਘ ਸਮਾਧ। ਅੰਗੀਠਾ ਸੀ ਇੱਥੇ, ਇਸ ਜਗ੍ਹਾ ਤੋਂ ਉਹਨਾਂ ਦਾ ਸੰਸਕਾਰ ਹੋਇਆ ਸੀ, ਨਾਲ ਉਹਨਾਂ ਦੇ ਪੁੱਤਰ ਕਮਰ ਪ੍ਰਤਾਪ ਸਿੰਘ ਦਾ। ਕਮਰ ਪ੍ਰਤਾਪ ਸਿੰਘ ਦਾ ਇਸ ਜਗ੍ਹਾ ਤੇ ਹੋਇਆ ਸੀ, ਬਣਿਆ ਸੀ। ਸੰਸਕਾਰ ਹੋਇਆ ਸੀ ਅੰਤਿਮ ਸੰਸਕਾਰ। 7 ਸਾਲਾਂ ਦੀ ਉਮਰ ਸੀ ਸਿਰਫ। ਸਹੀ ਸਹੀ। ਵੀਰ ਭਾਜੀ ਭਾਵਕ ਹੋ ਗਏ ਹੋ। ਅੱਜ ਅਸੀਂ ਬੁੱਧੂ ਕਾ ਆਵਾ ਤੇ ਮਹਾਰਾਜਾ ਸ਼ੇਰ ਸਿੰਘ ਜੀ ਦੀ ਸਮਾਧ ਤੇ ਲਾਹੌਰ ਦੀਆਂ ਗਲੀਆਂ, ਲਾਹੌਰ ਦੇ ਬਾਜ਼ਾਰ ਘੁੰਮ ਰਹੇ ਹਾਂ। ਬੰਬਾ ਦੀ ਕਬਰ ਜੀ ਹਾਂ। ਤੇ ਉੱਥੋਂ ਆਪਾਂ ਹੋ ਆਏ ਆ ਤੇ ਅੱਜ ਦਾ ਵਲੌਗ ਖਤਮ ਕਰਦੇ ਆ। ਤੇ ਅਗਲੇ ਵਲੌਗ ਦੇ ਵਿੱਚ ਆਪਾਂ ਚੱਲਦੇ ਆ ਨਵੀਆਂ ਥਾਵਾਂ ਤੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਤੇ ਕੀ ਕਹਿਣਾ। ਇਹਦਾ ਪਾਰਟ 2 ਜਿਹੜਾ ਨਾ ਉਹ ਅਸੀਂ ਸਵੇਰੇ ਕਰਾਂਗੇ ਅਪਲੋਡ। ਪਤਾ ਕੀ ਲੰਮਾ ਬਹੁਤ ਹੋ ਜਾਣਾ ਕੰਮ ਤੇ, ਫਿਰ ਤੁਸੀਂ ਵੀ ਬੋਰ ਹੋ ਜਾਂਦੇ ਇਹਦੇ ਨਾਲ। ਤੇ ਇਸ ਕਰਕੇ ਇੱਥੇ ਸਾਨੂੰ ਦਿਓ ਇਜਾਜ਼ਤ। ਅੱਲਾ ਦੇ ਵਾਲੇ।